ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 196 ਦੇ ਉੱਪਰ ਅੰਕਿਤ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਹਨ। ਗੌੜੀ ਰਾਗ ਦਾ 150ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 81ਵਾਂ। ਗੌੜੀ ਮਹੱਲਾ ਪੰਜਵਾਂ ਗੌੜੀ ਰਾਗ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਸਿੱਖਿਆਵਾਂ, ਉਪਦੇਸ਼ ਹਨ। ਕਰ ਕਿਰਪਾ ਭੇਟੇ ਗੁਰ ਸੋਈ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹਨਾਂ ਦਾ ਗੁਰ ਸਰੂਪ ਦੇ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਪਾਠ ਦੀਦਾਰ ਕਰਾਂਗੇ ਤਾਂ ਅੰਦਰ ਜੋ ਸੱਚਾ ਗਿਆਨ ਹੈ, ਜੋ ਉਪਦੇਸ਼ ਨੇ, ਸ਼ਬਦ ਸਰੂਪ ਹੈ ਗੁਰੂ ਦਾ, ਉਹ ਗੁਰ ਸਰੂਪ ਹੈ। ਉਸ ਨਾਲ ਮਿਲਾਪ ਹੁੰਦਾ ਹੈ। ਬਸ ਇਹੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਫਿਰ ਉਪਦੇਸ਼ ਚੰਗੇ ਲੱਗਦੇ ਨੇ, ਮੰਨਣ ਦੀ ਭਾਵਨਾ ਅੰਦਰ ਜਾਗ ਪੈਂਦੀ ਹੈ। ਚਿਤ ਬਲ ਰੋਗ ਨ ਵਿਆਪੈ ਕੋਈ, ਬਲ ਹੁੰਦਾ ਹੈ ਪ੍ਰਤਾਪ, ਪ੍ਰਭਾਵ। ਜਦੋਂ ਗੁਰੂ ਦੇ ਉਪਦੇਸ਼ ਚੰਗੇ ਲੱਗਦੇ ਨੇ ਨਾ, ਤੇ ਉਪਦੇਸ਼ ਦਾ ਪ੍ਰਭਾਵ ਸਾਡੇ ਮਨ ਤੇ, ਸਾਡੇ ਵਿਚਾਰਾਂ ਤੇ ਪੈਂਦਾ ਹੈ। ਫਿਰ ਜਿਹੜੀਆਂ ਬੁਰੀਆਂ ਆਦਤਾਂ ਨੇ, ਬੇਕਾਰ ਨੇ, ਇਹ ਰੋਗ ਹੈ, ਇਹ ਫਿਰ ਵਿਆਪਦੇ ਨਹੀਂ, ਇਹਦਾ ਹਮਲਾ ਨਹੀਂ ਹੁੰਦਾ, ਕਿਉਂਕਿ ਗੁਰੂ ਦੇ ਉਪਦੇਸ਼ ਦਾ ਪ੍ਰਭਾਵ ਬਣ ਜਾਂਦਾ ਹੈ। ਰਾਮ ਰਮਨ ਤਰਨ ਭੈ ਸਾਗਰ, ਜਿਹੜੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਰੱਬੀ ਗਿਆਨ ਨੂੰ, ਰੱਬੀ ਉਪਦੇਸ਼ ਨੂੰ ਮੰਨਣ ਦੀ ਭਾਵਨਾ ਵਿੱਚ ਹੁੰਦੇ ਨੇ, ਉਹਨਾਂ ਨੂੰ ਸੰਸਾਰ ਦੀਆਂ ਉਤਰਾ ਚੜਾਅ ਵਾਲੀਆਂ ਜੋ ਵਿਚਾਰਾਂ ਤੇ ਸੋਚਾਂ ਨੇ, ਬੇਕਾਰਾਂ ਦੀਆਂ ਸੋਚਾਂ ਨੇ, ਬੁਰੀਆਂ ਆਦਤਾਂ ਦੇ ਵਿਚਾਰ ਨੇ, ਇਹਨਾਂ ਵਿੱਚ ਫਿਰ ਮਨ ਡੁੱਬਦਾ ਨਹੀਂ, ਮੈਨੇਜ ਕਰਨ ਦੀ ਯੁਗਤ ਆ ਜਾਂਦੀ ਹੈ। ਸ਼ਰਨ ਸੂਰ ਫਾਰੇ ਜਮ ਕਾਗਰ ਰਹਾਓ, ਉਹ ਜੋ ਸ਼ਰਨ ਪੈਂਦੇ ਨੇ ਵਾਹਿਗੁਰੂ ਜੀ ਦੀ, ਤੇ ਵਾਹਿਗੁਰੂ ਜੀ ਐਸੇ ਸੂਰਮੇ ਨੇ, ਉਹਦਾ ਫਿਰ ਉਪਦੇਸ਼ ਦਾ ਜੋ ਪ੍ਰਭਾਵ ਪੈਂਦਾ, ਫਾਰੇ ਜਮ ਕਾਗਰ। ਜਮਾਂ ਦੇ ਕਾਗਜ਼ ਕੀ ਨੇ? ਜਿੰਨੇ ਵਾਰੀ ਵੀ ਕੁਸੰਗ ਕੀਤਾ ਜਾਂਦਾ ਹੈ, ਕੁਸੰਗੀ ਵਿਚਾਰ ਸੁਣੇ ਜਾਂਦੇ ਨੇ, ਬੋਲੇ ਜਾਂਦੇ ਨੇ, ਉਹਦਾ ਅਸਰ ਸਾਡੀ ਵਿਚਾਰਧਾਰਾ ਤੇ ਪੈਂਦਾ ਹੈ, ਸਾਡੇ ਸੁਭਾਅ ਤੇ ਪੈਂਦਾ ਹੈ। ਉਹ ਜਿਹੜਾ ਸੁਭਾਅ ਬਣ ਜਾਂਦਾ, ਉਹ ਕਾਗਜ਼ ਹੈ। ਜਿੰਨੀ ਸੁਭਾਅ ਵਿੱਚ ਬੇਕਾਰਾਂ ਦੀ ਬਿਰਤੀ ਹੈ, ਉਹ ਜਮਾਂ ਦਾ ਕਾਗਜ਼ ਹੈ। ਫਿਰ ਇਹ ਸੰਸਕਾਰ, ਇਹ ਅੰਦਰੋਂ ਵਿਚਾਰਧਾਰਾ, ਅੰਦਰੋਂ ਸੋਚ, ਅੰਦਰੋਂ ਸੁਭਾਅ ਮਿਟ ਜਾਂਦਾ ਹੈ। ਵਾਹਿਗੁਰੂ ਜੀ ਦੀ ਸ਼ਰਨ ਆ ਕੇ
ਇਹ ਰਹਾਉ ਪਦਾ ਹੈ, ਸੈਂਟਰਲ ਆਈਡੀਆ ਹੈ ਇਸ ਸ਼ਬਦ ਦਾ। ਸਤਿਗੁਰ ਮੰਤਰ ਦਿਓ ਹਰ ਨਾਮ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਮੇਰੇ ਗੁਰੂ ਪਾਤਸ਼ਾਹ ਦਾ ਸਤਿਗੁਰ ਸਰੂਪ ਹੈ, ਉਹ ਗੁਰੂ ਦੀ ਆਵਾਜ਼ ਹੈ, ਰੱਬ ਦਾ ਗਿਆਨ ਹੈ। ਰੱਬ ਆਪ ਸੱਚੇ ਗਿਆਨ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਜੋ ਉਪਦੇਸ਼ ਨੇ, ਮੈਂ ਬਾਰ-ਬਾਰ ਬੇਨਤੀ ਕੀਤੀ, ਗੁਰਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ ਹੈ ਇਸ ਭਾਵਨਾ ਨਾਲ। ਗੁਰੂ ਸਾਹਿਬ ਕਹਿ ਕੀ ਰਹੇ ਨੇ? ਉਹ ਜੋ ਆਵਾਜ਼ ਵਿੱਚ ਕਹਿ ਰਹੇ ਨੇ ਨਾ ਉਪਦੇਸ਼, ਉਹ ਸਾਡੇ ਵਾਸਤੇ ਸਲਾਹ ਹੈ, ਮੰਤਰ। ਉਪਦੇਸ਼, ਸਲਾਹ ਦੂਸਰੇ ਨੂੰ ਦੇਣੀ, ਆਹ ਕਰਨਾ ਹੈ, ਆਹ ਨਹੀਂ ਕਰਨਾ। ਜਿਨ੍ਹਾਂ ਨੂੰ ਇਹ ਗੁਰੂ ਨੇ ਦਿੱਤਾ ਹੈ, ਸਲਾਹ ਦਿੱਤੀ ਹੈ। ਹੁਣ ਗੁਰੂ ਸਾਹਿਬ ਤਾਂ ਸਭ ਨੂੰ ਸਲਾਹ ਦਿੰਦੇ ਨੇ, ਸਭ ਨੂੰ ਉਪਦੇਸ਼ ਦਿੰਦੇ ਨੇ, ਪਰ ਜਿਹੜੇ ਮੰਨਣ ਦੀ ਭਾਵਨਾ ਵਿੱਚ ਹੁੰਦੇ ਨੇ, ਸਮਝ ਲਓ ਉਹਨਾਂ ਨੇ ਪ੍ਰਾਪਤ ਕਰ ਲਈ, ਉਹਨਾਂ ਨੂੰ ਰੱਬ ਗੁਰੂ ਸਾਹਿਬ ਨੇ ਦੇਤੀ। ਉਹ ਜੋ ਸਲਾਹ ਦਿੱਤੀ ਹੈ, ਜੋ ਉਪਦੇਸ਼ ਦਿੱਤਾ ਹੈ, ਉਹ ਹਰੀ ਦਾ ਨਾਮ ਹੈ। ਆਖੋ ਵਾਹਿਗੁਰੂ। ਉਹ ਰੱਬੀ ਉਪਦੇਸ਼ ਹੈ। ਇਹ ਆਸਰ ਪੂਰਨ ਪਹਿ ਕਾਮ। ਫਿਰ ਉਹ ਜੋ ਉਪਦੇਸ਼ ਹੈ, ਉਸ ਉਪਦੇਸ਼ ਦੇ ਅਸਰ ਨਾਲ, ਉਪਦੇਸ਼ ਦੇ ਪ੍ਰਭਾਵ ਨਾਲ, ਉਪਦੇਸ਼ ਦੇ ਆਸਰੇ ਜ਼ਿੰਦਗੀ ਨੂੰ ਸਫਲ ਕਰਨ ਦੇ ਕਾਰਜ ਪੂਰੇ ਹੋ ਜਾਂਦੇ ਨੇ। ਕਿਉਂਕਿ ਪਿਆਰ ਚਾਹੀਦਾ ਹੈ, ਲਗਨ ਚਾਹੀਦੀ ਹੈ, ਜਜ਼ਬਾ ਚਾਹੀਦਾ ਹੈ, ਸੋਝੀ ਚਾਹੀਦੀ ਹੈ, ਵਿਸ਼ਵਾਸ ਚਾਹੀਦਾ ਹੈ, ਸਿਦਕ ਭਰੋਸਾ ਚਾਹੀਦਾ ਹੈ। ਇਹ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਆਖੋ ਵਾਹਿਗੁਰੂ। ਇਹ ਪ੍ਰਾਪਤੀਆਂ ਹੋ ਜਾਂਦੀਆਂ ਨੇ। ਜਪ ਤਪ ਸੰਜਮ ਪੂਰੀ ਵਡਿਆਈ। ਵਾਹਿਗੁਰੂ ਜੀ ਦੀ ਜੋ ਬਖਸ਼ਿਸ਼ ਹੈ, ਵਡਿਆਈ ਬਖਸ਼ਿਸ਼ ਹੈ, ਇਹੋ ਹੀ ਅਸਲੀ ਜਪ ਹੈ। ਇਹਦੀ ਪ੍ਰਾਪਤੀ ਲਈ ਕੀਤੀ ਹੋਈ ਮਿਹਨਤ ਹੀ ਅਸਲੀ ਤਪ ਹੈ। ਤੇ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਣਾ ਹੀ ਸੰਜਮ ਹੈ। ਗੁਰੂ ਕੇ ਗੁਰਸਿੱਖ ਨੂੰ ਜਦੋਂ ਇਹ ਗੱਲ ਸਮਝ ਆ ਜਾਂਦੀ ਹੈ, ਉਹਨੂੰ ਕਿਸੇ ਦਾ ਦੱਸਿਆ ਹੋਇਆ ਜਪ ਜਾਂ ਕਿਸੇ ਦਾ ਦੱਸਿਆ ਤਪ ਜਾਂ ਲੋਕਾਂ ਦਾ ਦੱਸਿਆ ਸੰਜਮ, ਉਹਦੀ ਲੋੜ ਨਹੀਂ ਪੈਂਦੀ। ਗੁਰਮੁਖਤਾਈ ਵਾਲਾ ਜੀਵਨ ਜਿਉਣਾ ਹੀ ਜਪ ਹੈ। ਗੁਰਮੁਖਤਾਈ ਵਾਲੇ ਜੀਵਨ ਵਿੱਚ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਹੁੰਦੇ ਨੇ। ਹਰ ਉਤਰਾਅ ਚੜ੍ਹਾਅ ਦੇ ਵਿੱਚ ਅਡੋਲ ਗੁਰੂ ਦੇ ਦਿੱਤੇ ਮਿਸ਼ਨ ਵੱਲ ਵੱਧਦੇ ਰਹਿਣਾ ਹੀ ਤਪ ਹੈ। ਤੇ ਗੁਰੂ ਦੇ ਉਪਦੇਸ਼ ਦੇ ਦਾਇਰੇ ਵਿੱਚ ਜਿਉਣਾ ਹੀ ਸੰਜਮ ਹੈ। ਇਹ ਬਖਸ਼ਿਸ਼ ਦੇ ਨਾਲ ਹੀ ਨਿਭਿਆ ਜਾਂਦਾ ਹੈ। ਗੁਰ ਕਿਰਪਾਲ ਹਰ ਭਏ ਸਹਾਈ। ਇਸ ਤਰੀਕੇ ਨਾਲ ਮੇਰੇ ਗੁਰੂ ਪਾਤਸ਼ਾਹ ਦਾ ਜੋ ਗੁਰਸਰੂਪ ਹੈ, ਜੋ ਉਪਦੇਸ਼ ਨੇ, ਸਿੱਖਿਆਵਾਂ ਨੇ, ਜਦੋਂ ਮੰਨਣ ਦੀ ਭਾਵਨਾ ਹੁੰਦੀ ਹੈ ਤਾਂ ਉਹਨਾਂ ਉਪਦੇਸ਼ ਦੀ ਸਿੱਖਿਆ ਦੀ ਕਿਰਪਾ ਹੁੰਦੀ ਹੈ। ਤੇ ਵਾਹਿਗੁਰੂ ਜੀ ਫਿਰ ਅੰਗ ਸੰਗ ਸਹਾਈ ਮਹਿਸੂਸ ਹੁੰਦੇ ਨੇ। ਹਰ ਸਮੇਂ ਤੇ ਫਿਰ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੇ ਫੇਵਰ ਵਿੱਚ ਮਾਹੌਲ ਸਿਰਜਿਆ ਜਾਂਦਾ ਹੈ। ਮਾਨ ਮੋਹ ਖੋਏ ਗੁਰ ਭਰਮ। ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਜਦੋਂ ਮਨ ਨੂੰ ਸੋਝੀ ਆਉਂਦੀ ਹੈ ਨਾ, ਇਹਦੇ ਅੰਦਰ ਜੋ ਮਾਣ ਹੈ, ਆਪਣੇ ਆਪ ਤੇ ਅਹੰ ਭਾਵ, ਜੋ ਮੋਹ ਹੈ, ਸੈਲਫਿਸ਼ਨੈਸ, ਜੋ ਭਰਮ ਭੁਲੇਖਾ ਹੈ, ਉਹ ਦੂਰ ਹੋ ਜਾਂਦੇ ਨੇ ਸਾਰੇ। ਫਿਰ ਇੱਦਾਂ ਮਹਿਸੂਸ ਹੁੰਦਾ, ਪੇਖ ਨਾਨਕ ਪਸਰੇ ਪਾਰ ਬ੍ਰਹਮ। ਇਹ ਨਾਨਕ ਜੀ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਥਾਂ ਤੇ ਪਸਰੇ ਹੋਏ ਦੀਦਾਰ ਹੁੰਦੇ ਨੇ। ਉਹਦੇ ਦੀਦਾਰ ਕਰ। ਰੱਬ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ। ਗੁਰੂ ਦੇ ਉਪਦੇਸ਼ ਜ਼ਿੰਦਗੀ 'ਚ ਜਿਉਂ ਕੇ ਦੇਖ, ਤੈਨੂੰ ਸੋਝੀ ਆ ਜਾਏਗੀ। ਹਰ ਵਰਤਾਰੇ ਵਿੱਚੋਂ ਉਹ ਤੈਨੂੰ ਗਿਆਨ ਪ੍ਰਾਪਤ ਹੋ ਜਾਏਗਾ। ਉਹ ਜੋ ਗਿਆਨ ਪ੍ਰਾਪਤ ਹੁੰਦਾ ਹੈ, ਉਹ ਪਾਰ ਬ੍ਰਹਮ ਵਾਹਿਗੁਰੂ ਦੇ ਦੀਦਾਰ ਨੇ। ਗੌੜੀ ਮਹੱਲਾ ਪੰਜਵਾਂ। ਅਗਲਾ ਗੌੜੀ ਰਾਗ ਦਾ 151ਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 82ਵਾਂ ਸ਼ਬਦ ਸ਼ੁਰੂ ਹੋ ਰਿਹਾ। ਵੇਖੈ ਰਾਜ ਤੇ ਅੰਧਲਾ ਭਾਰੀ। ਜਿਨ੍ਹਾਂ ਦੇ ਸੁਭਾਅ ਤੇ ਸੋਚ ਦੇ ਉੱਪਰ ਵਿਕਾਰਾਂ ਦਾ ਰਾਜ ਚੱਲਦਾ ਹੈ। ਵਿਖੈ ਰਾਜ, ਵਿਖੈ ਜ਼ਹਿਰ, ਵਿਕਾਰ, ਵਿਕਾਰਾਂ ਦਾ ਰਾਜ ਚੱਲਦਾ ਹੈ।
ਉਹ ਮਨ, ਸੋਚ ਉਸੇ ਮੁਤਾਬਕ ਹੀ ਵਰਤਾਰੇ ਵਰਤਾਉਂਦੀ ਹੈ, ਫੈਸਲੇ ਲੈਂਦੀ ਹੈ ਮੱਤ। ਉਹ ਮਨ ਅੰਧਲਾ ਹੁੰਦਾ ਹੈ, ਸੋਝੀ ਨਹੀਂ ਉਹਦੇ ਤੇ। ਦੁੱਖ ਲਾਗੈ ਰਾਮ ਨਾਮ ਚਿਤਾਰੀ, ਉਹ ਲੱਗਿਆ ਹੋਇਆ ਜੋ ਦੁੱਖ ਹੈ, ਮਨ ਦਾ ਅੰਧਾਪਨ ਹੈ, ਵਿਕਾਰਾਂ ਦਾ ਰਾਜ ਚੱਲਦਾ ਹੈ। ਜੇ ਰੱਬ ਦੇ ਨਾਮ ਨੂੰ ਚੇਤੇ ਵਿੱਚ, ਯਾਦਾਸ਼ਤ ਵਿੱਚ ਵਸਾ ਲਵੇ, ਗਿਆਨ ਰੂਪੀ ਨਾਮ ਨੂੰ, ਉਪਦੇਸ਼ ਨੂੰ, ਸਿੱਖਿਆਵਾਂ ਬਸ ਜਾਣ, ਫਿਰ ਉਹ ਦੁੱਖ ਨਹੀਂ ਰਹਿੰਦਾ, ਵਿਖੇ ਰਾਜ ਨਹੀਂ ਰਹਿੰਦਾ। ਮਨ ਦਾ ਅੰਧਲਾਪਨ ਦੂਰ ਹੋ ਜਾਂਦਾ, ਸੋਝੀ ਆ ਜਾਂਦੀ ਹੈ। ਇਹ ਮਨਾ ਤੇਰੇ ਤੇ ਵਿਕਾਰਾਂ ਦਾ ਰਾਜ ਚੱਲਦਾ ਹੈ। ਤੂੰ ਸੋਝੀ ਦੀਆਂ ਅੱਖਾਂ ਤੋਂ ਬਿਨਾਂ ਭਾਰੀ ਅੰਧਲਾ ਬਣਿਆ ਹੋਇਆ। ਬਸ ਇਹੀ ਵੱਡਾ ਦੁੱਖ ਹੈ, ਵਾਹਿਗੁਰੂ ਜੀ ਦੇ ਨਾਮ ਨੂੰ ਚਿਤਾਰ, ਉਹਦੀਆਂ ਸਿੱਖਿਆਵਾਂ, ਉਪਦੇਸ਼, ਰੱਬੀ ਗਿਆਨ ਨੂੰ ਯਾਦਾਸ਼ਤ ਵਿੱਚ ਬਿਠਾ। ਜਿਉਂ-ਜਿਉਂ ਆਪਾਂ ਅਰਥ ਸਿੱਖਣ ਦਾ ਯਤਨ ਕਰਦੇ ਹਾਂ, ਫਿਰ ਗੁਰੂ ਸਾਹਿਬ ਦੀਆਂ ਕਹਾਵਤਾਂ, ਵਰਤੀਆਂ ਹੋਈਆਂ ਕਹਾਵਤਾਂ, ਰਮਜ਼ਾਂ, ਉਹਦੇ ਵਿੱਚੋਂ ਸੋਝੀ ਆਉਂਦੀ ਹੈ। ਗੁਰੂ ਸਾਹਿਬ ਦਾ ਨਜ਼ਰੀਆ ਕੀ ਹੈ, ਸੋਚ ਕੀ ਹੈ, ਗੁਰੂ ਸਾਹਿਬ ਦੇ ਉਪਦੇਸ਼ ਕੀ ਹੈ। ਜਿਉਂ-ਜਿਉਂ ਮਨ ਨੂੰ ਚੰਗੇ ਲੱਗਦੇ ਨੇ, ਯਾਦ ਸ਼ਕਤੀ ਵਿੱਚ ਬੈਠ ਜਾਂਦੇ ਨੇ। ਜਿਉਂ-ਜਿਉਂ ਉਸ ਨੂੰ ਵਰਤਦੇ ਹਾਂ, ਉਹ ਚਿੱਤ ਦਾ ਹਿੱਸਾ ਬਣ ਜਾਂਦੇ ਨੇ। ਆਖੋ ਵਾਹਿਗੁਰੂ। ਬਿਖ ਮਾਤੇ ਕਾ ਠੌਰ ਨਾ ਠਾਉ, ਜਿਹੜਾ ਮਨ, ਜਿਹੜੀ ਮੱਤ ਵਿਕਾਰਾਂ ਦੇ ਰਸਾਂ ਵਿੱਚ ਮਸਤ ਹੈ, ਉਹਨੂੰ ਕੋਈ ਟਿਕਾਣਾ ਨਹੀਂ ਮਿਲਦਾ। ਉਹ ਇਸ ਮਾਰਗ ਤੇ ਨਹੀਂ ਤੁਰ ਸਕਦੇ। ਉਹਨਾਂ ਨੂੰ ਇਹ ਮਾਰਗ ਔਖਾ ਲੱਗੇਗਾ, ਕੌੜਾ ਲੱਗੇਗਾ। ਉਹਨਾਂ ਦੀ ਦਿਸ਼ਾ, ਮਨ ਦੀ ਦਿਸ਼ਾ, ਮੱਤ ਦੀ ਦਿਸ਼ਾ ਇਸ ਮਾਰਗ ਤੋਂ ਉਲਟੇ ਪਾਸੇ ਹੁੰਦੀ ਹੈ। ਪਰ ਜਿਨ੍ਹਾਂ ਦੇ ਅੰਦਰ ਗੂੜੀ ਪ੍ਰੀਤ ਹੈ ਆਪਣੇ ਗੁਰੂ ਨਾਲ, ਵਾਹਿਗੁਰੂ ਜੀ ਨਾਲ, ਚਰਨ ਕਮਲ ਸਿਉ ਲਾਗੀ ਪ੍ਰੀਤ, ਉਹਨਾਂ ਦੀ ਚਰਨ ਕਮਲਾਂ ਦੇ ਨਾਲ ਗੂੜੀ ਪ੍ਰੀਤ ਬਣ ਗਈ। ਹੁਣ ਇਹ ਗੱਲ ਯਾਦ ਰੱਖਿਓ, ਜੇ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਨੇ, ਤੇ ਵਾਹਿਗੁਰੂ ਜੀ ਦਾ ਰੂਪ ਸੱਚਾ ਗਿਆਨ ਹੈ, ਤੇ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰ ਸਰੂਪ ਹੈ, ਫਿਰ ਗੁਰੂ ਦੇ ਉਪਦੇਸ਼ ਰੱਬ ਦੇ ਵੀ ਚਰਨ ਨੇ ਤੇ ਗੁਰੂ ਦੇ ਵੀ ਚਰਨ ਨੇ। ਉਹਦੇ ਚੋਂ ਮਿਲੇ ਹੋਏ ਗੁਣ, ਸਿੱਖੇ ਹੋਏ ਗੁਣ ਜਿਹੜੇ ਜ਼ਿੰਦਗੀ 'ਚ ਵਰਤਨੇ ਨੇ, ਉਹ ਵੀ ਚਰਨ ਕਮਲ ਨੇ। ਜਿਨ੍ਹਾਂ ਦੀ ਪ੍ਰੀਤ ਗੁਰੂ ਦੇ ਉਪਦੇਸ਼ ਤੇ ਰੱਬ ਦੇ ਗੁਣਾਂ ਨਾਲ ਲੱਗ ਗਈ, ਆਨ ਸੁਖਾਂ ਨਹੀਂ ਆਵੈ ਚੀਤ, ਉਹਨਾਂ ਨੂੰ ਫਿਰ ਹੋਰ ਕਿਸੇ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਦੀ ਖਿੱਚ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਹੈ, ਅਸਲੀਅਤ ਪਤਾ ਲੱਗ ਗਈ, ਅਸਲੀ ਸੁੱਖ ਇਸ ਪਾਸੇ ਹੈ। ਬਾਕੀ ਜਿੰਨੇ ਸੁੱਖ ਨੇ, ਸਹੂਲਤਾਂ, ਐਕਚੁਅਲੀ ਅਸੀਂ ਸਹੂਲਤਾਂ ਨੂੰ ਸੁੱਖ ਮੰਨੀ ਜਾਂਦੇ, ਉਹ ਫੈਸਿਲਿਟੀ ਹੈ, ਉਹ ਲਗਜ਼ਰੀਜ਼ ਨੇ, ਫੈਸਿਲਿਟੀਜ਼ ਨੇ, ਅਸੀਂ ਉਹਨਾਂ ਨੂੰ ਸੁੱਖ ਮੰਨੀ ਬੈਠੇ ਹਾਂ। ਸੁੱਖ ਨਹੀਂ ਆ, ਸਹੂਲਤਾਂ ਨੇ। ਜਿੰਨੀਆਂ ਸਹੂਲਤਾਂ ਮਨੁੱਖ ਦੀ ਜ਼ਿੰਦਗੀ 'ਚ ਆਉਂਦੀਆਂ ਨੇ, ਚਾਹੇ ਉਹ ਫੈਸਿਲਿਟੀਜ਼ ਨੇ, ਚਾਹੇ ਉਹ ਲਗਜ਼ਰੀਜ਼ ਨੇ, ਉਤਨੇ ਹੀ ਖਰਚੇ ਵੱਧਦੇ ਨੇ, ਉਤਨੀਆਂ ਹੀ ਚਿੰਤਾਵਾਂ ਵੱਧਦੀਆਂ ਨੇ, ਉਤਨੇ ਹੀ ਮਨੁੱਖ ਦੀ ਲਾਈਫ ਜ਼ਿਆਦਾ ਬਿਜ਼ੀ ਹੁੰਦੀ ਹੈ, ਉਤਨੀ ਲਾਈਫ ਜ਼ਿਆਦਾ ਫਾਸਟ ਹੁੰਦੀ ਹੈ, ਤੇ ਉਤਨਾ ਹੀ ਆਪਣੀ ਜ਼ਿੰਦਗੀ ਜੋ ਕਰਨਾ ਹੈ ਉਹ ਉਹਦੇ ਤੋਂ ਰਹਿ ਜਾਂਦਾ। ਆਖੋ ਵਾਹਿਗੁਰੂ। ਜਦੋਂ ਅਸਲੀਅਤ ਸਮਝ ਲੱਗਦੀ ਹੈ, ਫਿਰ ਪਤਾ ਲੱਗਦਾ ਅਸਲੀ ਸੁੱਖ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਰੱਬੀ ਗਿਆਨ ਦੇ, ਰੱਬੀ ਉਪਦੇਸ਼, ਗੁਰੂ ਦੇ ਉਪਦੇਸ਼, ਉਹਨੂੰ ਚਰਨ ਕਮਲ ਸਮਝ ਕੇ ਉਹਦੇ ਨਾਲ ਪਿਆਰ ਕਰਕੇ ਉਪਦੇਸ਼ ਨੂੰ ਮੰਨਣਾ, ਗੁਣਾਂ ਵਾਲਾ ਜੀਵਨ ਜਿਉਣਾ ਤੇ ਗੁਣਾਂ ਨਾਲ ਪਰਉਪਕਾਰ ਕਰਨਾ, ਅਸਲੀ ਸੁੱਖ ਇਹ ਹੈ। ਇਹਦੇ ਤੋਂ ਬਿਨਾਂ ਕੋਈ ਹੋਰ ਸੁੱਖ ਨਹੀਂ ਕਹਾ ਸਕਦਾ। ਇਹ ਗੁਰੂ ਸਾਹਿਬ ਦਾ ਨਜ਼ਰੀਆ ਹੈ। ਦੇਖੋ ਸਾਡੀ ਸੋਚ ਕੀ ਹੈ, ਸਾਨੂੰ ਲੱਗਦਾ ਹੈ ਉਹ ਸੁੱਖਾਂ ਬਿਨਾਂ ਜੀਵਨ ਨਹੀਂ ਚੱਲੇਗਾ। ਗੁਰੂ ਦਾ ਨਜ਼ਰੀਆ ਕੀ ਹੈ ਵੀ ਉਹ ਸੁੱਖ ਜ਼ਿੰਦਗੀ ਦੀ ਉਲਝਣ ਤਾਂ ਨਹੀਂ ਪੈਦਾ ਕਰਦੇ ਨੇ, ਅਸਲੀ ਸੁੱਖ ਇਹ ਹੈ ਸਦਾ ਸਦਾ ਸਿਮਰੋ ਪ੍ਰਭ ਸੁਆਮੀ। ਸਤਿਗੁਰੂ ਜੀ ਕਹਿੰਦੇ, ਮੈਂ ਹਰ ਵੇਲੇ ਆਪਣੇ ਮਾਲਕ ਵਾਹਿਗੁਰੂ ਜੀ ਦੀ ਯਾਦ ਵਿੱਚ ਜਿਉਂਦਾ ਹਾਂ, ਤੇ ਉਹਨੂੰ ਯਾਦ ਰੱਖ ਕੇ ਮਿਲ ਨਾਨਕ ਹਰ ਅੰਤਰਜਾਮੀ, ਉਹ ਅੰਤਰਜਾਮੀ ਹੈ, ਉਹਦੇ ਨਾਲ ਨਾਨਕ ਜੀ ਮਿਲਾਪ ਬਣਿਆ ਰਹਿੰਦਾ ਹੈ।
ਤੇ ਉਸ ਮਿਲਾਪ ਦੇ ਵਿੱਚ ਸੁਖ, ਆਨੰਦ ਹੈ, ਅਡੋਲਤਾ ਹੈ, ਰਹਿਮਤਾਂ ਨੇ। ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ 152ਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 83ਵਾਂ ਸ਼ਬਦ ਸ਼ੁਰੂ ਹੋ ਰਿਹਾ। ਆਠ ਪਹਿਰ ਸੰਗੀ ਬਟਵਾਰੇ। ਇਹ ਜਿਹੜੇ ਸੁਭਾਅ ਦੇ ਵਿੱਚ, ਸੋਚ ਦੇ ਵਿੱਚ ਮਨ ਤੇ ਮਤ ਦੇ ਸੰਗੀ ਬਣੇ ਹੋਏ ਨੇ ਨਾ ਬਟਵਾਰੇ। ਬਟਵਾਰਾ ਹੁੰਦਾ ਰਾਹ ਜਾਂਦੇ ਨੂੰ ਠੱਗਣ ਵਾਲਾ। ਉਹਨੇ ਪੰਜ ਬਕਾਰ। ਇਹ ਹਰ ਵੇਲੇ ਮਨੁੱਖ ਨੂੰ ਠੱਗਣ ਦੀ ਕੋਸ਼ਿਸ਼ ਵਿੱਚ ਰਹਿੰਦੇ ਨੇ, ਠੱਗਦੇ ਨੇ, ਇਹਦੇ ਗੁਣਾਂ ਨੂੰ ਲੁੱਟ ਲੈਂਦੇ ਨੇ, ਇਹਦੀਆਂ ਚੰਗੀਆਂ ਭਾਵਨਾਵਾਂ, ਚੰਗੇ ਵਿਚਾਰਾਂ ਨੂੰ ਲੁੱਟ ਲੈਂਦੇ ਨੇ। ਉਹ ਜਿਹੜੇ ਬਟਵਾਰੇ ਨੇ ਨਾ, ਵਿਕਾਰ, ਬੁਰੀਆਂ ਆਦਤਾਂ, ਕਰ ਕਿਰਪਾ ਪ੍ਰਭ ਲੈ ਨਿਵਾਰੇ। ਵਾਹਿਗੁਰੂ ਜੀ ਕਿਰਪਾ ਕਰਦੇ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਨੇ ਨਿਵਾਰ ਦਿੱਤੇ, ਬਚਾ ਦਿੱਤਾ ਇਹਨਾਂ ਤੋਂ। ਐਸਾ ਹਰ ਰਸ ਰਮਹੁ ਸਭ ਕੋਏ। ਉਹਦੇ ਵਿੱਚੋਂ ਜੋ ਰੱਬ ਦੇ ਮਾਰਗ ਦਾ ਰਸ ਆਉਂਦਾ ਹੈ, ਉਸ ਰਸ ਨੂੰ ਆਨੰਦ ਸਮਝ ਕੇ ਮਾਨਣਾ ਹੈ। ਜੋ ਵੀ ਰੱਬ ਨਾਲ ਪ੍ਰੀਤ ਪਾਉਂਦੇ ਨੇ ਉਹ ਸਭ ਕੋਈ, ਹਰ ਕੋਈ ਇਸ ਰਸ ਨੂੰ ਮਾਣਦਾ ਹੈ। ਸਰਬ ਕਲਾ ਪੂਰਨ ਪ੍ਰਭ ਸੋਏ ਰਹਾਉ। ਜਿਹੜੇ ਵਾਹਿਗੁਰੂ ਜੀ ਹਰ ਸਭ ਕੁਛ ਵਿੱਚ ਰਮੇ ਹੋਏ ਨੇ, ਹਰ ਵਰਤਾਰੇ ਵਿੱਚ ਉਹ ਸੱਚਾ ਗਿਆਨ ਬਣ ਕੇ ਬੈਠੇ ਨੇ, ਗੁਣ ਬਣ ਕੇ ਬੈਠੇ ਨੇ, ਸ਼ਕਤੀਆਂ ਬਣ ਕੇ ਬੈਠੇ ਨੇ ਵਾਹਿਗੁਰੂ ਜੀ। ਉਸ ਵਾਹਿਗੁਰੂ ਜੀ ਦੇ ਰਸ ਨੂੰ ਜਦੋਂ ਮਾਨਣ ਤੁਰਦਾ ਹੈ ਤੇ ਉਹ ਰਸ ਸਰਬ ਕਲਾ ਪੂਰਨ ਪ੍ਰਭ ਸੋਏ। ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ, ਪੂਰਨ ਹੈ, ਤੇ ਉਹ ਪ੍ਰਭੂ ਫਿਰ ਵਿਧੀ ਵਰਤਾ ਦਿੰਦੇ ਨੇ, ਫਿਰ ਜੀਵਨ ਨੂੰ ਇਸ ਮਾਰਗ ਤੇ ਤੋਰੀ ਰੱਖਦੇ ਨੇ। ਰਹਾਓ ਸੈਂਟਰਲ ਆਈਡੀਆ ਹੈ ਇਸ ਸ਼ਬਦ ਦਾ। ਮਹਾ ਤਪਤ ਸਾਗਰ ਸੰਸਾਰ। ਸੰਸਾਰ ਮਨੁੱਖ ਦੇ ਅੰਦਰ ਜੋ ਇਸਨੇ ਖਿਆਲਾਂ ਦੀ ਦੁਨੀਆ ਰਚੀ ਹੋਈ ਹੈ, ਜੋ ਮਨੁੱਖ ਨੇ ਨਜ਼ਰੀਆ ਆਪਣਾ ਸੁਭਾਅ ਸਿਰਜਿਆ ਹੈ, ਇਹ ਮਨੁੱਖ ਦਾ ਆਪਣਾ ਸੰਸਾਰ ਹੈ। ਇਹਦੇ ਜਿਹੜੀਆਂ ਵਿਚਾਰਾਂ ਨੇ, ਸੋਚਾਂ ਨੇ, ਉਹ ਬੁਰੀਆਂ ਆਦਤਾਂ, ਵਿਕਾਰਾਂ ਦੀ ਅੱਗ ਦੀਆਂ ਲਹਿਰਾਂ ਨੇ। ਇਹਦੇ ਵਿੱਚ ਸੰਸਾਰ ਤਪਦਾ ਹੈ। ਐਸਾ ਵਾਹਿਗੁਰੂ ਪ੍ਰਭ ਖਿਨ ਮਹਿ ਪਾਰ ਉਤਾਰਨਹਾਰ। ਜੇ ਵਾਹਿਗੁਰੂ ਜੀ ਦੀ ਪ੍ਰੀਤ ਹੋ ਜਾਵੇ, ਰੱਬੀ ਉਪਦੇਸ਼ ਚੰਗਾ ਲੱਗਣ ਲੱਗ ਜਾਵੇ, ਰੱਬੀ ਉਪਦੇਸ਼ ਦੇ ਨਾਲ ਸੋਝੀ ਆ ਜਾਵੇ, ਇਹ ਮਨ ਨੂੰ ਫਿਰ ਉਹ ਪਾਸਾ ਚੰਗਾ ਨਹੀਂ ਲੱਗਦਾ। ਇੱਕ ਸੈਕਿੰਡ ਦੇ ਵਿੱਚ ਫਿਰ ਮਨ ਇਸ ਰਸ ਵਿੱਚ ਆ ਜਾਂਦਾ ਹੈ। ਇਸ ਮਾਰਗ ਤੇ ਤੁਰਨਾ ਬੜਾ ਚੰਗਾ ਲੱਗਦਾ ਹੈ। ਅਨੇਕ ਬੰਧਨ ਤੋਰੇ ਨਹੀਂ ਜਾਏ। ਉਹ ਜਿਹੜੀਆਂ ਆਦਤਾਂ ਦੇ ਬੰਧਨ ਸੀ, ਮਨੁੱਖ ਆਪਣੇ ਯਤਨ ਨਾਲ ਚਾਹੇ ਨਹੀਂ ਟੁੱਟਦੇ। ਉਹ ਕਦੇ ਮੈਂ ਆਪਣੇ ਆਪ ਨਾਲ ਪ੍ਰੋਮਿਸ ਕਰਦਾ ਇੱਦਾਂ ਨਹੀਂ ਕਰਾਂਗਾ, ਆਹ ਕਰਦਾ ਇੱਦਾਂ ਨਹੀਂ ਕਰਾਂਗਾ, ਫਿਰ ਉਹਨਾਂ ਆਦਤਾਂ ਵਿੱਚ ਉਲਝਦਾ ਜਾਏਗਾ। ਮੈਂ ਇੱਕ ਉਦਾਹਰਨ ਦੇਵਾਂ। ਜਦੋਂ ਬੰਦਾ ਚਾਦਰ ਦੇਖ ਕੇ ਪੈਰ ਨਹੀਂ ਪਸਾਰਦਾ, ਕਰਜ਼ਿਆਂ ਦੀ ਪੰਡ ਜ਼ਿਆਦਾ ਵੱਡੀ ਚੁੱਕ ਲੈਂਦਾ ਹੈ, ਫਿਰ ਉਹ ਕਰਜ਼ਿਆਂ ਦੀ ਪੰਡ ਨੂੰ ਮੈਨੇਜ ਕਰਨ ਵਾਸਤੇ ਜ਼ਿੰਦਗੀ ਨੂੰ ਫਾਸਟ ਕਰ ਲੈਂਦਾ ਹੈ। ਉਸ ਉਲਝਣ ਤਾਣੀ ਵਿੱਚ ਉਹਦੇ ਅੰਦਰ ਇੱਕ ਹਿਡਨ ਸਟ੍ਰੈਸ ਬਣਿਆ ਰਹਿੰਦਾ ਹੈ। ਧਿਆਨ ਦੇਣਾ, ਜਦੋਂ ਤਾਂ ਉਹ ਬਾਹਰ ਰਹਿੰਦਾ ਹੈ ਘਰ ਤੋਂ, ਉਹਨੂੰ ਪਤਾ ਨਹੀਂ ਲੱਗਦਾ। ਜਦੋਂ ਘਰ ਵਿੱਚ ਆਉਂਦਾ ਹੈ, ਉਹਦਾ ਮਨ ਬਹੁਤ ਖਿੱਚਦਾ ਹੈ। ਉਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਤੇ ਕਦੋਂ ਉਹਦਾ ਮਨ ਕੌੜਾ ਬੋਲ ਬੋਲਦਾ ਹੈ ਆਪਣੇ ਬੱਚਿਆਂ ਨੂੰ, ਪਤਨੀ ਨੂੰ, ਮਾਤਾ ਪਿਤਾ ਨੂੰ, ਭੈਣ ਭਰਾਵਾਂ ਨੂੰ ਉਹ ਚੋਟਾਂ ਮਾਰਦਾ ਹੈ। ਉਸ ਕ੍ਰੋਧ ਵਿੱਚ ਆ ਕੇ ਉਹ ਕੁਝ ਵੀ ਕਰ ਸਕਦਾ ਹੈ, ਕਿਉਂਕਿ ਕ੍ਰੋਧ ਇੱਕ ਐਸਾ ਤੂਫਾਨ ਹੈ। ਕਹਿੰਦੇ ਉਹ ਇਸ ਤਰ੍ਹਾਂ ਦੀ ਹਨੇਰੀ ਹੈ, ਜਿਹੜੀ ਹਨੇਰੀ ਜਾਂ ਤੂਫਾਨ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਨੁਕਸਾਨ ਕੀ ਹੋਇਆ। ਤਾਂ ਉਸ ਕ੍ਰੋਧ ਵਿੱਚ ਉਹਨੂੰ ਹੌਲੀ ਹੌਲੀ ਉਹ ਵਰਤਦਾ ਰਹਿੰਦਾ ਹੈ, ਆਦਤ ਪੱਕ ਜਾਂਦੀ ਹੈ ਤੇ ਉਹ ਨੁਕਸਾਨ ਉਹਨੂੰ ਸਾਹਮਣੇ ਦਿਸਣ ਲੱਗ ਜਾਂਦੇ ਨੇ। ਪਤਨੀ ਦੀਆਂ ਨਜ਼ਰਾਂ 'ਚ ਉਹਦਾ ਸਤਿਕਾਰ ਘਟ ਜਾਂਦਾ ਹੈ, ਬੱਚਿਆਂ ਦੀਆਂ ਨਜ਼ਰਾਂ 'ਚ ਉਹਦਾ ਸਤਿਕਾਰ ਘਟ ਜਾਂਦਾ ਹੈ, ਅੰਦਰੋਂ ਅੰਦਰੀ ਦੂਰੀ ਪੈ ਜਾਂਦੀ ਹੈ ਰਿਸ਼ਤਿਆਂ ਦੀ। ਉਹਨੂੰ ਲੱਗਦਾ ਘਰ ਨਰਕ ਬਣ ਗਿਆ। ਫਿਰ ਉਹ ਸੋਚਦਾ ਹੈ ਅੱਜ ਤੋਂ ਬਾਅਦ ਮੈਂ ਕੌੜਾ ਨਹੀਂ ਬੋਲਾਂਗਾ, ਅੱਜ ਤੋਂ ਬਾਅਦ ਮੈਂ ਚੁੱਪ ਰਵਾਂਗਾ। ਲੱਖ ਪ੍ਰੋਮਿਸ ਕਰਦਾ ਹੈ, ਪਰ ਫਿਰ ਉਹਨੂੰ ਫਿਰ ਪਤਾ ਹੀ ਨਹੀਂ ਲੱਗਦਾ ਕਦੋਂ ਬੋਲ ਬੈਠਦਾ। ਆਖੋ ਵਾਹਿਗੁਰੂ। ਉੱਪਰੋਂ ਭਾਵੇਂ ਜਿੰਨਾ ਮਰਜ਼ੀ ਕਹੀ ਜਾਵੇ,
ਮੈਂ ਸਹਿਣਸ਼ੀਲਤਾ ਵਿੱਚ ਹਾਂ, ਮੈਂ ਠੰਡਾ ਹਾਂ। ਪਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਤੂੰ ਲੋਹੇ ਵਾਂਗੂ ਤਪ ਜਾਣਾ ਹੈ। ਤੇ ਜਦੋਂ ਵਾਹਿਗੁਰੂ ਜੀ ਨੂੰ ਮਹਿਸੂਸ ਕਰਕੇ, ਆਪਣੇ ਗੁਰੂ ਸਾਹਿਬ ਨੂੰ ਮਹਿਸੂਸ ਕਰਕੇ, ਆਪਣੇ ਕ੍ਰੋਧ ਵਿੱਚ ਆਏ ਹੋਏ ਜੋ ਕੁਛ ਉਹਨੇ ਬੋਲਿਆ ਹੈ, ਜੋ ਖਿਲਾਰਾ ਘਰ ਵਿੱਚ ਖਿਲਾਰਿਆ ਹੈ, ਉਹਨੂੰ ਯਾਦ ਕਰਦਾ ਹੈ, ਉਹਦੇ ਅੰਦਰੋਂ ਭੁੱਬ ਨਿਕਲਦੀ ਹੈ। ਤਾਂ ਉਹਨੂੰ ਸੁਭਾਅ ਤੇ ਹੰਕਾਰ ਟੁੱਟ ਜਾਂਦਾ ਹੈ। ਜਿਹੜਾ ਕਹਿੰਦਾ ਸੀ ਨਾ ਸੁਭਾਅ ਪਰਫੈਕਟ ਹੈ, ਹੰਕਾਰ ਟੁੱਟ ਜਾਂਦਾ। ਓ ਮਾਈ ਗॉड, ਮੈਂ ਇਸ ਤਰ੍ਹਾਂ ਦਾ। ਉਹਨੂੰ ਸੋਚ ਤੇ ਹੰਕਾਰ ਟੁੱਟ ਜਾਂਦਾ ਹੈ। ਉਹਨੂੰ ਪਤਾ ਲੱਗਦਾ ਇਤਨੀ ਘਟੀਆ ਸੋਚ। ਫਿਰ ਉਹਨੂੰ ਪਤਾ ਲੱਗਦਾ ਇਸ ਹਿਡਨ ਸਟ੍ਰੈਸ ਦੇ ਵਿੱਚ ਮੈਂ ਘਰ ਵਿੱਚ ਹੀ ਨਹੀਂ, ਬਹੁਤ ਵਾਰੀ ਮੈਨੂੰ ਬਖਸ਼ਿਸ਼ ਮਿਲਣ ਵਾਲੀ ਸੀ, ਮੈਂ ਬਖਸ਼ਿਸ਼ ਗਵਾਉਂਦਾ ਆ ਰਿਹਾ। ਬਹੁਤ ਵਾਰੀ ਸੋਰਸ ਮਿਲਦੇ ਸੀ ਜਿਹਦੇ ਨਾਲ ਚੜ੍ਹਦੀ ਕਲਾ ਹੋਣੀ ਸੀ। ਉਸ ਹਿਡਨ ਸਟ੍ਰੈਸ ਵਿੱਚ ਐਸੇ ਫੈਸਲੇ ਲਏ ਨੇ, ਉਹ ਸੋਰਸ ਵੀ ਗਵਾ ਲਏ ਨੇ। ਆਖੋ ਵਾਹਿਗੁਰੂ। ਫਿਰ ਜਦੋਂ ਰੱਬ ਨੂੰ ਸਮਰਪਿਤ ਹੁੰਦਾ ਹੈ, ਗੁਰੂ ਦੇ ਉਪਦੇਸ਼ਾਂ ਨੂੰ ਸਮਰਪਿਤ ਹੁੰਦਾ ਹੈ, ਉਹ ਅਹੰ ਭਾਵ ਟੁੱਟ ਜਾਂਦਾ ਹੈ। ਉਹ ਜਿਹੜੇ ਬੰਧਨ ਤੋੜੇ ਨਹੀਂ ਨਾ ਜਾਂਦੇ ਉਹਦੇ ਤੋਂ, ਆਦਤਾਂ ਟੁੱਟਦੀਆਂ ਨਹੀਂ ਸੀ। ਸਿਮਰਤ ਨਾਮ ਮੁਕਤ ਫਲ ਪਾਹੇ। ਫਿਰ ਸਭ ਤੋਂ ਵੱਡੀ ਪ੍ਰਾਪਤੀ ਉਹਨਾਂ ਆਦਤਾਂ ਤੋਂ ਮੁਕਤੀ, ਜੀਵਨ ਮੁਕਤ, ਰੱਬ ਦੀ ਯਾਦ, ਰੱਬ ਦਾ ਜੋ ਗਿਆਨ ਹੈ, ਸੱਚਾ ਉਪਦੇਸ਼ ਹੈ ਗੁਰੂ ਦੇ, ਉਹਨੂੰ ਯਾਦ ਕਰ ਕਰਕੇ, ਉਹਨੂੰ ਜ਼ਿੰਦਗੀ 'ਚ ਜਿਉਂ ਕੇ ਇਹ ਮੁਕਤੀ ਦਾ ਫਲ ਪ੍ਰਾਪਤ ਕਰਦਾ। ਆਖੋ ਵਾਹਿਗੁਰੂ। ਆਹ ਹੈ ਗੁਰਮਤਿ ਅਨੁਸਾਰ ਮੁਕਤੀ। ਉਕਤ ਸਿਆਣਪ ਇਸ ਤੇ ਕਛ ਨਾ ਹੈ। ਬਾਕੀ ਜਿਹੜੀਆਂ ਆਪਣੀ ਸਿਆਣਪ, ਚੁਸਤ ਚਲਾਕੀ ਦੀਆਂ ਯੁਕਤੀਆਂ ਸੀ, ਕਿਸੇ ਕੰਮ ਨਹੀਂ ਆਉਂਦੀਆਂ। ਆਖੋ ਵਾਹਿਗੁਰੂ। ਦੂਜਿਆਂ ਨੂੰ ਸਲਾਹਾਂ ਦੇਣੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ। ਕੋਈ ਬੰਦਾ ਸਟ੍ਰੈਸ ਵਿੱਚ ਹੋਵੇ, ਵਿਘਨ ਵਿੱਚ ਹੋਵੇ, ਰੁਕਾਵਟਾਂ ਆਈਆਂ ਹੋਣ, ਜਣਾ ਖਣਾ ਸਲਾਹਾਂ ਦੇਣ ਲੱਗ ਜਾਂਦਾ ਹੈ ਔਰ ਆਪਣੇ ਸੁਭਾਅ 'ਚੋਂ, ਆਪਣੀ ਸੋਚ 'ਚੋਂ ਦਿੰਦਾ ਹੈ। ਉਸ ਜਿਸ ਮਾਰਗ 'ਤੇ ਤੁਰਦਾ ਹੁੰਦਾ ਹੈ, ਉਹਦੇ ਮਾਰਗ ਦਾ ਉਹਦੇ ਕੋਲ 0% ਵੀ ਐਕਸਪੀਰੀਅੰਸ ਨਹੀਂ ਹੁੰਦਾ। ਉਹਦੇ ਮਿਸ਼ਨ, ਉਹਦੇ ਨਿਸ਼ਾਨਿਆਂ ਬਾਰੇ ਉਹਨੂੰ 5% ਵੀ ਗਿਆਨ ਨਹੀਂ ਹੁੰਦਾ। ਉਹ ਸਲਾਹਾਂ ਦੇ ਕੇ ਦੂਸਰੇ ਦੇ ਮਨ ਨੂੰ ਤੋੜਦਾ ਹੈ। ਫਿਰ ਉਹਨੂੰ ਸਮਝ ਲੱਗਦੀ ਹੈ, ਮਨਾ ਇਹ ਸਿਆਣਪਾਂ, ਚੁਸਤ ਚਲਾਕੀਆਂ ਨਾਲ ਦੂਸਰਿਆਂ ਨੂੰ ਤਾਂ ਸਿਆਣਪਾਂ ਨਾਲ ਸਲਾਹਾਂ ਦਿੰਦਾ ਸੀ। ਜਦੋਂ ਆਪਣੇ ਜੀਵਨ ਵਿੱਚ, ਆਪਣੇ ਘਰ ਵਿੱਚ ਖਲਾਰਾ ਪਾ ਰੱਖਦਾ ਨਾ, ਉਦੋਂ ਤੇਰੀ ਇੱਕ ਵੀ ਸਿਆਣਪ ਕੰਮ ਨਹੀਂ ਦਿੰਦੀ। ਆਖੋ ਵਾਹਿਗੁਰੂ। ਪਤਾ ਹੈ, ਸੋਚ ਤੇ ਸੁਭਾਅ ਨੂੰ ਬਦਲਣ ਲਈ ਕਿਸ ਨੇ ਕੰਮ ਦੇਣਾ? ਸਿਆਣਪ ਨੇ ਨਹੀਂ। ਕਰ ਕਿਰਪਾ ਨਾਨਕ ਗੁਣ ਗਾਹੇ। ਰੱਬ ਦੀ ਕਿਰਪਾ ਹੋ ਜਾਵੇ ਤੇ ਗੁਰੂ ਦੇ ਨਜ਼ਰੀਏ ਅਨੁਸਾਰ, ਗੁਰਬਾਣੀ ਅਨੁਸਾਰ ਗੁਣ ਗਾਉਣ ਦੀ ਜਾਚ ਆ ਜਾਵੇ ਤੇ ਗੁਣ ਗਾਉਂਦਾ ਰਵੇ। ਆਖੋ ਵਾਹਿਗੁਰੂ। ਹੁਣ ਗਾਉਣਾ ਕੀ ਹੈ? ਅਸੀਂ ਤਾਂ ਸੌਂਗ ਨੂੰ ਗਾਉਣਾ ਸਮਝਦੇ, ਗੀਤ ਨੂੰ। ਇੱਥੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ ਤੇ ਗੁਣਾਂ ਦੀ ਵਿਚਾਰ ਚਰਚਾ ਕਰਦੇ ਰਹਿਣਾ, ਸੁਣਦੇ ਰਹਿਣਾ। ਇਹ ਇੱਕ ਹਿੱਸਾ ਹੈ। ਦੂਸਰਾ ਹਿੱਸਾ, ਗੁਣਾਂ ਨੂੰ ਵਰਤਦਿਆਂ ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ, ਸ਼ੁਕਰਾਨਾ ਕਰਨਾ। ਗੁਣ ਵਾਹਿਗੁਰੂ ਨੇ ਦਿੱਤੇ ਨੇ, ਬਖਸ਼ਿਸ਼ ਨਾ ਹੋਵੇ ਤੇ ਨਹੀਂ ਹੋ ਸਕਦਾ ਕੰਮ। ਪਰਉਪਕਾਰ ਕਰਨਾ ਹੈ, ਲਗਨ ਚਾਹੀਦੀ ਹੈ, ਜਜ਼ਬਾ ਚਾਹੀਦਾ, ਜਨੂਨ ਚਾਹੀਦਾ। ਨਹੀਂ ਤਾਂ ਵਿਘਨ ਛੋਟੇ ਛੋਟੇ ਆਉਂਦੇ, ਡੋਲ ਜਾਏਗਾ, ਚੜ ਜਾਏਗਾ। ਇਹ ਜੋ ਵਿਘਨ ਦੇ ਵਿੱਚ ਅਡੋਲਤਾ, ਲਗਨ, ਜਜ਼ਬਾ, ਪ੍ਰੀਤ, ਸੋਝੀ, ਅੰਦਰੋਂ ਵਿਚਾਰ, ਅੰਦਰੋਂ ਖਿਆਲ, ਇਹ ਸਭ ਕੁਝ ਵਾਹਿਗੁਰੂ ਜੀ ਦੇ ਦਿੱਤੇ ਨੇ। ਤੇ ਪਰਉਪਕਾਰ ਦੇ ਨਾਲ ਵੀ ਸ਼ੁਕਰਾਨਾ ਕਰਨਾ। ਜਦੋਂ ਰੱਬੀ ਮਾਰਗ ਦੀਆਂ, ਗੁਰੂ ਦੇ ਮਾਰਗ ਦੀਆਂ ਵਿਚਾਰਾਂ ਕਰਨੀਆਂ ਨੇ, ਭਾਵਨਾ ਰੱਖਣੀ ਹੈ, ਮੈਂ ਵਿਚਾਰਾਂ ਕਰਦਿਆਂ ਵੀ ਸਿੱਖਣਾ, ਸੁਣਦਿਆਂ ਵੀ ਸਿੱਖਣਾ ਤੇ ਇਹਨੂੰ ਜ਼ਿੰਦਗੀ 'ਚ ਵੰਡਦੇ ਰਹਿਣਾ। ਇਹ ਤਿੰਨ ਚੀਜ਼ਾਂ ਨੇ ਗੁਣ ਗਾਉਣੇ। ਜਿੰਨਾ ਚਿਰ ਇਹ ਜ਼ਿੰਦਗੀ ਦਾ ਹਿੱਸਾ ਨਹੀਂ ਬਣਦਾ, ਸਿਆਣਪਾਂ ਦੇ ਨਾਲ ਨਾ ਆਪਣਾ ਸੁਭਾਅ ਬਦਲ ਸਕੇਗਾ, ਨਾ ਆਪਣੀ ਸੋਚ ਬਦਲ ਸਕੇਗਾ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ 153ਵਾਂ ਸ਼ਬਦ ਸ਼ੁਰੂ ਹੋ ਰਿਹਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 84ਵਾਂ। ਹਿਤ ਪਾਈ ਹਰ ਕੋ ਨਾਮ। ਰੱਬ ਦਾ ਜੋ ਗਿਆਨ ਰੂਪੀ ਨਾਮ ਹੈ, ਗੁਰੂ ਦੇ ਉਪਦੇਸ਼, ਜਿਹੜੇ ਗੁਰੂ ਦੇ ਉਪਦੇਸ਼ ਨੇ ਨਾ, ਉਹ ਦੁਨੀਆ ਦੇ ਹਰ ਵਰਤਾਰੇ ਵਿੱਚ ਨੇ, ਕਿਉਂਕਿ ਰੱਬ ਦਾ ਰੂਪ ਹੈ ਉਹ, ਗਿਆਨ ਸਰੂਪ।
ਜਿਹਨੇ ਇਸ ਨਾਮ ਧਨ ਦੀ ਥੈਲੀ ਪ੍ਰਾਪਤ ਕਰ ਲਈ, ਥਾਤੀ, ਥਾਤੀ ਹੁੰਦਾ ਥੈਲੀ, ਉਹ ਕੀ ਹੈ? ਰਸ, ਰੱਬੀ ਉਪਦੇਸ਼। ਹਰ ਬੰਦਾ ਆਪਣੇ ਤੇ ਲਾ ਕੇ ਦੇਖੇ। ਗੁਰੂ ਪਾਤਸ਼ਾਹ ਕਹਿੰਦੇ ਨੇ ਕ੍ਰੋਧ ਨਹੀਂ ਚਾਹੀਦਾ, ਤੇ ਸਾਨੂੰ ਸਾਰਿਆਂ ਨੂੰ ਕ੍ਰੋਧ ਆਉਂਦਾ ਹੈ, ਆਉਂਦਾ ਹੈ। ਕੀ ਉਸ ਵੇਲੇ ਮਹਿਸੂਸ ਹੁੰਦਾ ਮੈਂ ਗੁਰੂ ਦੇ ਉਪਦੇਸ਼ ਦੀ ਉਲੰਘਣਾ ਕਰ ਰਿਹਾ, ਮੇਰਾ ਮਨ ਸਾਖਤ ਹੋ ਗਿਆ? ਕਿਉਂਕਿ ਸਾਖਤ ਕੀ ਐਸੀ ਹੈ ਰੀਤ, ਜੋ ਕੁਛ ਕਰੇ ਸਭ ਕੁਝ ਉਲਟਾ ਕਰਦਾ ਗੁਰੂ ਦੇ ਉਪਦੇਸ਼ ਦੇ, ਕਿ ਮਨ ਸਾਖਤ ਬਣ ਗਿਆ। ਮਹਿਸੂਸ ਹੋਇਆ ਜਦੋਂ ਨਿੰਦਾ ਕਰਦੇ ਹਾਂ ਕਿ ਮਨ ਸਾਖਤ ਹੈ, ਮਹਿਸੂਸ ਹੋਇਆ। ਤਾਂ ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਣਾ ਪਵੇਗਾ, ਧਿਆਨ ਰੱਖਣਾ ਪਵੇਗਾ, ਇਹਨੂੰ ਜ਼ਿੰਦਗੀ ਜਿਉਣਾ ਪਵੇਗਾ। ਧਿਆਨ ਰੱਖਣ ਨੂੰ ਧਿਆਉਣਾ ਕਹਿੰਦੇ ਨੇ, ਯਾਦ ਰੱਖਣ ਨੂੰ ਸਿਮਰਨ ਕਹਿੰਦੇ ਨੇ, ਜ਼ਿੰਦਗੀ ਜਿਉਣ ਨੂੰ ਜਪ ਕਹਿੰਦੇ ਨੇ। ਇਸ ਨੇ ਸੁਭਾਅ ਨੂੰ ਸ਼ਿੰਗਾਰਨਾ ਹੈ। ਇਹਦੇ 'ਚ ਫਿਰ ਰਸ ਆਉਣਾ, ਉਹ ਥੈਲੀ ਹੈ। ਜਿਨ੍ਹਾਂ ਨੂੰ ਨਾਮ ਦੀ ਥੈਲੀ ਮਿਲ ਗਈ, ਵਿਚਰ ਸੰਸਾਰ ਪੂਰਨ ਸਭ ਕਾਮ, ਉਹਨਾਂ ਨੂੰ ਸੰਸਾਰ ਦੇ ਹਰ ਹਾਲਾਤ ਵਿੱਚ ਵਿਚਰਨਾ ਆ ਗਿਆ, ਜਿਉਣਾ ਆ ਗਿਆ। ਲੋਕ ਨਿੰਦਾ ਕਰਦੇ, ਵਿਰੋਧ ਕਰਦੇ, ਮਨ ਤਪਦਾ ਹੈ, ਪਰ ਉਹਨਾਂ ਨੂੰ ਮਨ ਨੂੰ ਮੈਨੇਜ ਕਰਨਾ ਆ ਗਿਆ। ਨਹੀਂ, ਮੈਂ ਬਦਲਾ ਲੂ ਭਾਵਨਾ ਨਹੀਂ ਰੱਖਣੀ। ਜਦੋਂ ਵੀ ਯਾਦ ਬਣਦੀ ਉਹਨੇ ਮੇਰੇ ਨਾਲ ਇੱਦਾਂ ਕੀਤਾ, ਤਾਂ ਅੰਦਰ ਇੱਕ ਤਪਸ਼ ਪੈਦਾ ਹੋਏਗੀ। ਉਸ ਤਪਸ਼ ਨੂੰ ਠੰਡਾ ਕਰਦਾ ਗੁਰੂ ਕਾ ਗੁਰਸਿੱਖ, ਗੁਰੂ ਦੇ ਉਪਦੇਸ਼ ਰਾਹੀਂ, ਗਿਆਨ ਰੂਪੀ ਨਾਮ ਰਾਹੀਂ। ਉਹ ਕਹਿੰਦਾ ਨਹੀਂ, ਉਹਦੀ ਜਿਤਨੀ ਮੱਤ ਸੀ ਕਰ ਗਿਆ, ਇਹਨੂੰ ਰੱਬ ਤੇ ਛੱਡਣਾ ਹੈ, ਮੈਂ ਬਦਲਾ ਲੂ ਭਾਵਨਾ ਨਹੀਂ ਰੱਖਣੀ। ਕਿਉਂਕਿ ਗੁਰੂ ਦੇ ਉਪਦੇਸ਼ ਨੇ ਸੋਝੀ ਕਰਵਾ ਦਿੱਤੀ, ਕੂੜ ਨੇ ਖੁੱਟਾ ਨਾਨਕਾ, ਓੜਕ ਸੱਚ ਰਹੀ। ਤੈਨੂੰ ਵਿਚਰਨਾ ਆ ਗਿਆ। ਆਖੋ ਵਾਹਿਗੁਰੂ। ਲੋਕ ਆਪਣੇ ਸੁਭਾਅ ਵਿੱਚੋਂ, ਆਪਣੀ ਸੋਚ ਵਿੱਚੋਂ ਕਿਸੇ ਦੇ ਜਜ਼ਬੇ ਨੂੰ ਨਹੀਂ ਪਰਖਦੇ, ਨਹੀਂ ਸਮਝਦੇ। ਉਹਨਾਂ ਨੂੰ ਜਜ਼ਬੇ ਦਾ ਨਹੀਂ ਪਤਾ, ਉਹਨਾਂ ਨੂੰ ਮਿਸ਼ਨ ਦਾ, ਵਿਜ਼ਨ ਦਾ ਨਹੀਂ ਪਤਾ, ਉਹਨਾਂ ਨੂੰ ਤੁਹਾਡੀ ਪਰਉਪਕਾਰੀ ਭਾਵਨਾ ਦਾ ਨਹੀਂ ਪਤਾ। ਉਹ ਤੁਹਾਨੂੰ ਗਲਤ ਸਮਝਦੇ ਨੇ। ਉਹਨਾਂ ਦੇ ਮਨ ਵਿੱਚ ਤੁਹਾਡੇ ਬਾਰੇ ਧੁੰਦਲੀ ਤਸਵੀਰ ਬਣੀ ਹੁੰਦੀ ਹੈ। ਉਹ ਧੁੰਦਲੀ ਤਸਵੀਰ ਪੇਸ਼ ਕਰਦੇ ਨੇ, ਉਹਦਾ ਨੁਕਸਾਨ ਹੁੰਦਾ ਹੈ। ਤੇ ਗੁਰੂ ਕਾ ਗੁਰਸਿੱਖ ਗੁਰੂ ਦੇ ਉਪਦੇਸ਼ ਰਾਹੀਂ ਸੋਝੀ ਪ੍ਰਾਪਤ ਕਰਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਇਹਨਾਂ ਦੇ ਮਨ 'ਚ ਧੁੰਦਲੀ ਤਸਵੀਰ ਹੈ, ਲੋਕਾਂ 'ਚ ਧੁੰਦਲੀ ਤਸਵੀਰ ਪੇਸ਼ ਕਰਦੇ ਨੇ, ਕੋਈ ਗੱਲ ਨਹੀਂ, ਮੇਰੇ ਗੁਰੂ ਤਾਂ ਜਾਣਦੇ ਨੇ, ਵਾਹਿਗੁਰੂ ਤਾਂ ਜਾਣਦੇ ਨੇ। ਉਹਨਾਂ ਨੂੰ ਵਿਚਰਨਾ ਆ ਗਿਆ। ਆਖੋ ਵਾਹਿਗੁਰੂ। ਉਹ ਜਿਹੜੀ ਐਨਰਜੀ ਬਦਲਾ ਲੂ ਭਾਵਨਾ 'ਚ ਉਹਨਾਂ 'ਚ ਖਚਤ ਹੋ ਜਾਣੀ ਸੀ, ਜਿਹੜੀ ਐਨਰਜੀ ਨਿੰਦਕਾਂ ਦੇ ਵਿੱਚ ਖਚਤ ਹੋ ਜਾਣੀ ਸੀ, ਉਹਨਾਂ ਨੂੰ ਫੋਕਸ ਕਰਕੇ ਉਹ ਆਪਣੇ ਗੁਰੂ ਨੂੰ ਫੋਕਸ ਕਰਕੇ ਉਹ ਐਨਰਜੀ ਬਚ ਗਈ। ਉਹਨੂੰ ਮਨੁੱਖ ਰੱਬ ਦੇ ਮਾਰਗ 'ਤੇ, ਗੁਰੂ ਦੇ ਮਾਰਗ 'ਤੇ, ਰੱਬੀ ਮਿਸ਼ਨ, ਪਰਉਪਕਾਰ ਦੇ ਮਿਸ਼ਨ 'ਤੇ ਉਸੇ ਐਨਰਜੀ ਨੂੰ ਲਾ ਕੇ ਉਹ ਗੁਰੂ ਦੀਆਂ ਨਜ਼ਰਾਂ 'ਚ ਜੀਵਨ ਸਫਲ ਕਰਦਾ। ਆਖੋ ਵਾਹਿਗੁਰੂ। ਇਹਨੂੰ ਕਹਿੰਦੇ ਨੇ ਵਿਚਰ ਸੰਸਾਰ ਪੂਰਨ ਸਭ ਕਾਮ। ਉਹਦੀ ਜ਼ਿੰਦਗੀ ਸਫਲ ਕਰਨ ਦੇ ਕਾਰਜ ਪੂਰੇ ਹੋ ਜਾਂਦੇ ਨੇ। ਇਹਨੂੰ ਸੰਸਾਰ ਵਿੱਚ ਵਿਚਰਨਾ ਆ ਜਾਂਦਾ ਹੈ। ਵੱਡ ਭਾਗੀ ਹਰ ਕੀਰਤਨ ਗਾਈਐ। ਉਹਨੂੰ ਫਿਰ ਰੱਬ ਦੀ ਸਿਫਤ ਸਲਾਘਾ, ਰੱਬੀ ਵਿਚਾਰਾਂ, ਗੁਰੂ ਦੇ ਮਾਰਗ ਦੀਆਂ ਵਿਚਾਰਾਂ, ਗੁਰੂ ਦੇ ਉਪਦੇਸ਼ ਦੀਆਂ, ਰੱਬ ਦੇ ਸੱਚੇ ਗਿਆਨ ਦੀਆਂ, ਗਿਆਨ ਰੂਪੀ ਨਾਮ ਦੀਆਂ ਵਿਚਾਰਾਂ ਕਰਨੀਆਂ ਆ ਜਾਂਦੀਆਂ ਨੇ। ਉਹਨੂੰ ਕੀਰਤਨ ਕਹਿੰਦੇ ਨੇ। ਪਰ ਆਉਂਦੀਆਂ ਤਾਂ ਹੈ ਜੇ ਅੰਦਰ ਸੋਚ ਵਿੱਚ, ਸੁਭਾਅ ਵਿੱਚ ਵੱਡਾ ਭਾਗ ਹੈ, ਵੱਡੀ ਸੋਚ ਹੈ, ਵੱਡਾ ਜ਼ਿਕਰ ਹੈ, ਵੱਡਾ ਸੁਭਾਅ ਹੈ। ਉਹ ਕਿਵੇਂ ਪ੍ਰਾਪਤ ਕਰਦੇ ਨੇ? ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਓ। ਫਿਰ ਉਹ ਮਹਿਸੂਸ ਕਰਦੇ ਨੇ ਵਾਹਿਗੁਰੂ ਜੀ ਤੁਸੀਂ ਬਖਸ਼ਿਸ਼ ਦਿੱਤੀ ਹੈ ਤਾਂ ਹੀ ਪ੍ਰਾਪਤ ਹੁੰਦੀ ਹੈ। ਇਹ ਗੁਰੂ ਦੇ ਮਾਰਗ ਤੇ ਬਖਸ਼ਿਸ਼ ਤੋਂ ਬਿਨਾਂ ਨਹੀਂ ਤੁਰਿਆ ਜਾ ਸਕਦਾ। ਛੋਟੀ ਛੋਟੀ ਚਿੰਤਾ 'ਚ ਡੋਲ ਜਾਏਗਾ, ਛੋਟੀ ਛੋਟੀ ਉਲਝਣ ਤਾਣੀ 'ਚ ਫਸ ਜਾਏਗਾ, ਛੋਟੇ ਛੋਟੇ ਵਿਘਨ ਤੇ ਛੱਡ ਜਾਏਗਾ। ਜਿਹੜੇ ਤੁਰਦੇ ਨੇ, ਵਿਘਨ ਰੁਕਾਵਟਾਂ ਦੇ ਬਾਵਜੂਦ ਵੀ ਤੁਰਦੇ ਨੇ, ਚਿੰਤਾਵਾਂ ਦੇ ਬਾਵਜੂਦ ਵੀ ਤੁਰਦੇ ਨੇ। ਹਰ ਇੱਕ ਨੂੰ ਸਮਝ ਆਉਂਦੀ ਹੈ ਬਖਸ਼ਿਸ਼ ਹੈ ਤਾਂਹੀਓ ਤੁਰਦੇ ਨੇ। ਆਖੋ ਤੇ ਬਖਸ਼ਿਸ਼ ਵਾਹਿਗੁਰੂ ਜੀ ਦਿੰਦੇ ਨੇ। ਜਦੋਂ ਵਾਹਿਗੁਰੂ ਜੀ ਦਿੰਦੇ ਨੇ, ਉਹ ਨਹੀਂ ਦੇਖਦੇ ਕਿ ਲੋਕ ਇਸ ਨੂੰ ਕੀ ਸਮਝਦੇ ਨੇ, ਲੋਕ ਇਹਦੇ ਬਾਰੇ ਕੀ ਕਹਿੰਦੇ ਨੇ। ਵਾਹਿਗੁਰੂ ਜੀ ਸੁਭਾਅ ਨੂੰ ਦੇਖਦੇ ਨੇ, ਸੋਚ ਨੂੰ ਦੇਖਦੇ ਨੇ। ਅੰਦਰਲੇ ਜਜ਼ਬਿਆਂ ਨੂੰ ਦੁਨੀਆ ਨਹੀਂ ਦੇਖ ਸਕਦੀ, ਅੰਦਰਲੀ ਭਾਵਨਾ ਨੂੰ ਦੁਨੀਆ ਨਹੀਂ ਸਮਝ ਸਕਦੀ। ਅੰਤਰਜਾਮੀ ਹੀ ਸਮਝਦੇ ਨੇ, ਉਹ ਦਿੰਦੇ ਨੇ। ਇਸੇ ਨੂੰ ਬਖਸ਼ਿਸ਼ ਕਹਿੰਦੇ ਨੇ। ਆਖੋ ਵਾਹਿਗੁਰੂ। ਇਹ ਰਹਾਉ ਪਦਾ ਹੈ ਇਸ ਸ਼ਬਦ ਦਾ।
ਹਰ ਕੇ ਚਰਨ ਹਿਰਦੈ ਔਰ ਧਾਰ, ਹਰੀ ਦੇ ਚਰਨ। ਸੱਚਾ ਗਿਆਨ ਹੈ ਰੱਬ ਦਾ ਰੂਪ, ਰੱਬੀ ਉਪਦੇਸ ਹੈ ਹਰੀ ਦੇ ਚਰਨ। ਇਹ ਗੁਰੂ ਦੇ ਵੀ ਇਹੀ ਚਰਨ ਨੇ, ਗੁਰੂ ਉਪਦੇਸ। ਗੁਰੂ ਉਪਦੇਸ ਤੇ ਰੱਬੀ ਉਪਦੇਸ ਵਿੱਚ ਫਰਕ ਨਹੀਂ ਹੈ। ਰੱਬ ਦਾ ਰੂਪ ਸੱਚਾ ਗਿਆਨ ਹੈ, ਗੁਰੂ ਦਾ ਰੂਪ ਗੁਰ ਸਰੂਪ, ਸਤਿਗੁਰ ਸਰੂਪ ਰੱਬ ਦਾ ਗਿਆਨ ਹੈ। ਇਸ ਲਈ ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਦੇ ਵਿੱਚ ਤੇ ਗੁਰ ਸਰੂਪ ਵਿੱਚ ਕੋਈ ਭੇਦ ਨਹੀਂ। ਉਪਦੇਸ ਹਰੀ ਦੇ ਚਰਨ ਨੇ, ਉਪਦੇਸ ਹੀ ਗੁਰੂ ਦੇ ਚਰਨ ਨੇ। ਉਹਨਾਂ ਉਪਦੇਸਾਂ ਵਿੱਚੋਂ ਗੁਣ ਮਿਲਦੇ ਨੇ, ਗੁਣ ਹੀ ਰੱਬ ਦੇ ਚਰਨ ਨੇ, ਗੁਣ ਹੀ ਗੁਰੂ ਦੇ ਚਰਨ ਨੇ। ਇਹਨੂੰ ਹਿਰਦੇ 'ਚ ਧਾਰਨ ਕਰਨ ਦੇ ਅਰਥ ਨੇ, ਅੰਦਰ ਗਹਿਰੀ ਭਾਵਨਾ ਬਣ ਗਈ ਕਿ ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ, ਜੀਵਨ ਇਸੇ 'ਚੋਂ ਸਫਲ ਹੋਣਾ। ਆਖੋ ਗੁਣਾਂ ਦੀਆਂ ਵਿਚਾਰਾਂ ਕਰਨੀਆਂ ਨੇ, ਸਿੱਖਣਾ ਜੀਵਨ ਜਿਉਣਾ ਇਸੇ ਤੋਂ ਹੀ ਹੈ। ਭਵ ਸਾਗਰ ਚੜ੍ਹ ਉਤਰਹਿ ਪਾਰ, ਫਿਰ ਉਹ ਗਿਆਨ ਰੂਪੀ ਨਾਮ ਦੇ ਜਹਾਜ਼ ਤੇ ਚੜ੍ਹਦੇ ਨੇ। ਆਖੋ ਵਾਹਿਗੁਰੂ। ਫੋਲੋ ਕਰਦੇ ਨੇ, ਮੰਨਦੇ ਨੇ, ਪਾਰ ਉਤਰਦੇ ਨੇ। ਇਹ ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬਦੇ ਨੇ। ਇੱਥੇ ਗੱਲ ਯਾਦ ਰੱਖਿਓ, ਜਿਨ੍ਹਾਂ ਨੇ ਕਦੀ ਪ੍ਰੈਕਟੀਕਲ ਜ਼ਿੰਦਗੀ 'ਚ ਸ਼ਿਪ ਦੇ ਉੱਪਰ ਟਰੈਵਲਿੰਗ ਕਰਕੇ ਦੇਖੀ ਹੈ, ਤਾਂ ਜਦੋਂ ਸ਼ਿਪ ਤੇ ਜਾਂਦੇ ਆ ਨਾ, ਕਦੀ ਕਦੀ ਲਹਿਰਾਂ ਹੁੰਦੀਆਂ, ਸ਼ਿਪ ਡੋਲਦਾ ਹੈ। ਜੇ ਤਾਂ ਡੋਲ ਕੇ ਡੁੱਬ ਗਿਆ, ਉਹਦੀ ਯਾਤਰਾ ਖਤਮ ਹੋ ਗਈ ਤਾਂ ਡੁੱਬ ਗਿਆ। ਜੇ ਉਹ ਸਿਰੇ ਲੱਗ ਗਿਆ, ਜਿੰਨਾ ਮਰਜ਼ੀ ਡੋਲਦਾ ਸੀ, ਉਹਨੂੰ ਪਾਰ ਉਤਰ ਗਿਆ ਕਹਿੰਦੇ ਨੇ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਵਿਘਨ ਰੁਕਾਵਟ ਆਉਂਦੇ ਨੇ। ਜੇ ਤੇ ਗੁਰੂ ਦੇ ਮਾਰਗ ਤੇ ਤੁਰਿਆ ਰਿਹਾ ਤੇ ਪਾਰ ਲੱਗ ਗਿਆ, ਤਾਂ ਫਿਰ ਸਮਝ ਲਿਓ ਉਹ ਲਹਿਰਾਂ ਨੇ ਇਹਨੂੰ ਕੁਛ ਨਹੀਂ ਕੀਤਾ। ਆਖੋ ਵਾਹਿਗੁਰੂ। ਇੱਦਾਂ ਜ਼ਿੰਦਗੀ ਵਿੱਚ ਸਫਲ ਹੁੰਦੇ ਨੇ ਗੁਰੂ ਕੇ ਪਿਆਰੇ। ਕਿਵੇਂ? ਸਾਧੂ ਸੰਗ ਕਰੋ ਸਭ ਕੋਏ, ਇਸ ਲਈ ਭਾਈ ਸਾਰੇ ਹੀ ਗੁਰੂ ਦਾ ਸੰਗ ਕਰੋ, ਗੁਰੂ ਦੇ ਉਪਦੇਸ਼ ਸਮਝੋ, ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਮੰਨੋ, ਸੋਚ ਸੁਭਾਅ ਤੇ ਲਾਗੂ ਕਰੋ। ਸਦਾ ਕਲਿਆਣ ਫਿਰ ਦੁੱਖ ਨਾ ਹੋਏ, ਇਹਦੇ ਵਿੱਚੋਂ ਸਦਾ ਆਤਮਿਕ ਖੁਸ਼ੀ ਮਿਲਦੀ ਹੈ, ਆਨੰਦ ਮਿਲਦਾ ਹੈ, ਜੀਵਨ ਸਫਲ ਹੁੰਦਾ। ਸਭ ਤੋਂ ਵੱਡਾ ਦੁੱਖ ਹੈ ਮਨਮੁਖ ਬਣ ਜਾਣਾ, ਗੁਰੂ ਤੋਂ ਟੁੱਟ ਜਾਣਾ। ਇਹ ਦੁੱਖ ਨਹੀਂ ਜ਼ਿੰਦਗੀ 'ਚ ਆਉਂਦਾ, ਉਹ ਟੁੱਟਦਾ ਨਹੀਂ, ਮਨਮੁਖ ਨਹੀਂ ਬਣਦਾ। ਪ੍ਰੇਮ ਭਗਤ ਭਜ ਗੁਣੀ ਨਿਧਾਨ, ਰੱਬ ਗੁਣਾਂ ਦਾ ਖਜ਼ਾਨਾ ਹੈ। ਉਹਦੇ ਗੁਣਾਂ ਨੂੰ ਵਰਤਣਾ, ਸ਼ੁਕਰਾਨਾ ਕਰਨਾ, ਫਿਰ ਪ੍ਰੇਮ ਭਗਤੀ ਹੈ। ਆਖੋ ਵਾਹਿਗੁਰੂ। ਨਾਨਕ ਦਰਗਾਹ ਪਾਈਐ ਮਾਨ, ਇਹ ਨਾਨਕ ਜੀ ਰੱਬ ਦੀ ਦਰਗਾਹ 'ਚੋਂ ਮਾਣ ਪਾਈਐ ਦੇ ਅਰਥ ਹੈ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਕੋਲ ਬਖਸ਼ਿਸ਼ ਹੁੰਦੀ ਨਾ, ਉਹਨਾਂ ਦੇ ਜੀਵਨ ਦਾ ਕੁਝ ਪੱਖ ਦੁਨੀਆ ਨਾਲੋਂ ਨਿਆਰਾ ਹੁੰਦਾ ਹੈ। ਜਿਹਦੇ ਕੋਲ ਬਖਸ਼ਿਸ਼ ਹੁੰਦੀ ਨਾ, ਉਹਨਾਂ ਦੇ ਵਿਚਾਰ ਦੁਨੀਆ ਨਾਲੋਂ ਨਿਆਰੇ ਹੁੰਦੇ ਨੇ, ਉਹਨਾਂ ਦੀ ਸੋਚ ਦੁਨੀਆ ਨਾਲੋਂ ਵੱਖਰੀ ਹੁੰਦੀ ਹੈ। ਬਖਸ਼ਿਸ਼ ਵਾਲਿਆਂ ਦੇ ਕਰਮ ਦੁਨੀਆ ਨਾਲੋਂ ਵੱਖਰੇ ਹੁੰਦੇ ਨੇ, ਉਹਨਾਂ ਦੇ ਨਿਸ਼ਾਨੇ ਵਿਜ਼ਨ ਦੁਨੀਆ ਤੋਂ ਵੱਖਰੇ ਹੁੰਦੇ ਨੇ। ਆਖੋ ਵਾਹਿਗੁਰੂ। ਇਹ ਰੱਬ ਦੀ ਦਰਗਾਹ 'ਚੋਂ ਮਿਲਦੀ ਹੈ ਬਖਸ਼ਿਸ਼, ਪੈਸੇ ਨਾਲ ਨਹੀਂ ਖਰੀਦੀ ਜਾਂਦੀ। ਇਹ ਬਖਸ਼ਿਸ਼ ਚੁਸਤ ਚਲਾਕੀਆਂ ਨਾਲ ਨਹੀਂ ਮਿਲਦੀ, ਬਖਸ਼ਿਸ਼ ਆਪਣੇ ਯਤਨਾਂ ਨਾਲ ਨਹੀਂ ਮਿਲਦੀ। ਇਹ ਰੱਬ ਖੁਸ਼ ਹੋ ਕੇ ਦਿੰਦੇ ਨੇ, ਗੁਰੂ ਸਾਹਿਬ ਖੁਸ਼ ਹੋ ਕੇ ਦਿੰਦੇ ਨੇ। ਉਹ ਸੋਚ ਸੁਭਾਅ ਦੇਖਦੇ ਨੇ, ਜਿਨ੍ਹਾਂ ਦੇ ਸੁਭਾਅ, ਜਿਨ੍ਹਾਂ ਦੀ ਸੋਚ ਵਾਹਿਗੁਰੂ ਜੀ ਨੂੰ, ਗੁਰੂ ਨੂੰ ਭਾ ਜਾਂਦੀ ਹੈ, ਉਹਨਾਂ ਨੂੰ ਬਖਸ਼ਿਸ਼ ਮਿਲਦੀ। ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ 154ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 85ਵਾਂ ਸ਼ਬਦ। ਜਲ ਥਲ ਮਹੀਲ ਪੂਰਨ ਹਰ ਮੀਤ, ਪੂਰਨ ਮਿੱਤਰ ਵਾਹਿਗੁਰੂ ਜੀ। ਜਲ ਥਲ ਮਹੀਲ ਹਰ ਥਾਂ ਤੇ, ਸੱਚਾ ਗਿਆਨ ਬਣ ਕੇ, ਨਿਜ਼ਮ ਬਣ ਕੇ ਹਰ ਥਾਂ ਤੇ ਨੇ। ਬ੍ਰਹਮ ਬਿਨ ਸੇ ਗਾਏ ਗੁਣ ਨੀਤ, ਉਹਨਾਂ ਦੇ ਗੁਣਾਂ ਨੂੰ ਜ਼ਿੰਦਗੀ 'ਚ ਵਰਤਣਾ, ਪਰਉਪਕਾਰ ਕਰਨਾ, ਗੁਣਾਂ ਦੀ ਵਿਚਾਰ ਕਰਨੀ, ਵਡਿਆਈ ਕਰਨੀ ਵਾਹਿਗੁਰੂ ਜੀ ਦੀ। ਉਹਨਾਂ ਗੁਣਾਂ ਦੇ ਉਪਦੇਸ਼ਾਂ ਨੂੰ ਸਮਝਦਿਆਂ ਭਰਮ ਦੂਰ ਹੋ ਜਾਂਦੇ ਨੇ। ਊਠਤ ਸੋਵਤ ਹਰ ਸੰਗ ਪਹਿਰੂਆ, ਊਠਤ ਸੋਵਤ ਦੇ ਅਰਥ ਹੈ ਹਰ ਵੇਲੇ, ਹਰ ਸਮੇਂ ਵਾਹਿਗੁਰੂ ਜੀ ਅੰਗ ਸੰਗ ਮਹਿਸੂਸ ਹੁੰਦੇ ਨੇ। ਆਖੋ ਵਾਹਿਗੁਰੂ। ਜਾ ਕੈ ਸਿਮਰਨ ਜਮ ਨਹੀਂ ਡਰੂਆ ਰਹਾਉ, ਫਿਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਬੇਕਾਰਾਂ ਦਾ ਹਮਲਾ ਨਹੀਂ ਹੁੰਦਾ, ਬੁਰੀਆਂ ਆਦਤਾਂ ਜ਼ੋਰ ਨਹੀਂ ਪਾਉਂਦੀਆਂ। ਚਰਨ ਕਮਲ ਪ੍ਰਭ ਹਿਰਦੈ ਨਿਵਾਸ, ਕਿਉਂਕਿ ਅੰਦਰ
ਰੱਬੀ ਉਪਦੇਸ ਚਰਨ ਕਮਲ, ਰੱਬੀ ਗੁਣ ਚਰਨ ਕਮਲ ਹਿਰਦੇ 'ਚ ਵਸਦੇ ਨੇ। ਵਾਹਿਗੁਰੂ ਜੀ ਦੇ ਚਰਨ ਕਮਲ ਨੇ ਰੱਬੀ ਉਪਦੇਸ, ਗੁਰੂ ਦੇ ਉਪਦੇਸ। ਇਹਨਾਂ ਵਿੱਚੋਂ ਪੈਦਾ ਹੋਏ ਗੁਣ ਚਰਨ ਕਮਲ ਨੇ, ਉਹਨਾਂ ਦੇ ਹਿਰਦੇ 'ਚ ਵਸਦੇ ਨੇ। ਸਗਲ ਦੁੱਖ ਕਾ ਹੋਇਆ ਨਾਸ, ਤੇ ਜਿਹੜਾ ਦੁੱਖ ਸੀ ਨਾ, ਮਨਮੁਖ ਹੋਣਾ, ਮਨਮਤ ਵਾਲੀ ਸੋਚ ਬਣ ਜਾਣੀ, ਉਹ ਦੁੱਖ ਦੂਰ ਹੋ ਜਾਂਦਾ। ਦੁਨਿਆਵੀ ਦੁੱਖ ਜਿੰਨੇ ਮਰਜ਼ੀ ਆਉਣ, ਉਹਨੂੰ ਰੋਕ ਨਹੀਂ ਸਕਦੇ। ਬਸ ਆਹ ਦੁੱਖ ਨਾ ਲੱਗੇ, ਮਨਮੁਖ ਨਾ ਬਣ ਜਾਵੇ, ਮਨਮਤ ਨਾ ਆ ਜਾਵੇ। ਆਸਾ ਮਾਣ ਤਾਣ ਧਨ ਏਕ, ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜੋ ਨਾਮ ਧਨ ਹੈ, ਇਸੇ ਦੀ ਉਮੀਦ, ਇਸੇ ਦਾ ਮਾਣ, ਇਸੇ ਦਾ ਆਸਰਾ। ਸਾਚੇ ਸ਼ਾਹ ਕੀ ਮਨ ਮਹਿ ਟੇਕ, ਇਹਦਾ ਸ਼ਾਹ ਵਾਹਿਗੁਰੂ ਜੀ ਹੈ। ਵਾਹਿਗੁਰੂ ਜੀ ਤੋਂ ਵਣਜ ਕਰਨਾ ਗੁਰੂ ਨੇ ਸਿਖਾਉਣਾ ਹੈ, ਤੇ ਗੁਰੂ ਦੇ ਕੋਲੋਂ ਵਣਜ ਕਰਨਾ ਹੈ ਸੱਚੇ ਸ਼ਾਹ ਵਾਹਿਗੁਰੂ ਜੀ ਦੇ ਗਿਆਨ ਰੂਪੀ ਧਨ ਦਾ। ਜਿਨ੍ਹਾਂ ਦੇ ਮਨ ਵਿੱਚ ਇਹ ਆਸਰਾ ਵੱਜ ਗਿਆ, ਵਿਸ਼ਵਾਸ ਵੱਜ ਗਿਆ, ਮਹਾਂ ਗਰੀਬ ਜਨ ਸਾਧ ਅਨਾਥ, ਚਾਹੇ ਉਹ ਗਰੀਬ, ਚਾਹੇ ਉਹਨਾਂ ਦਾ ਕੋਈ ਆਸਰਾ ਨਹੀਂ, ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਸਾਰੇ ਸਾਥ ਛੱਡ ਜਾਂਦੇ ਨੇ, ਪਰ ਉਹ ਗੁਰੂ ਨਾਲ ਮਿਲਾਪ ਕਰਕੇ ਉਹ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ। ਨਾਨਕ ਪ੍ਰਭ ਰਾਖੇ ਦੇ ਹਾਥ, ਇਹ ਨਾਨਕ ਜੀ ਜਿਹੜੇ ਗੁਰੂ ਦੇ ਹੋ ਜਾਂਦੇ ਨੇ, ਵਾਹਿਗੁਰੂ ਜੀ ਉਹਨਾਂ ਨੂੰ ਹੱਥ ਦੇ ਕੇ ਰੱਖਦੇ ਨੇ, ਵਿਘਨ ਰੁਕਾਵਟਾਂ ਵਿੱਚ ਹੱਥ ਦੇ ਕੇ ਰੱਖਦੇ ਨੇ। ਮਨਮੁਖਤਾਈ ਤੋਂ, ਮਨਮਤ ਵਾਲੀ ਸੋਚ ਤੋਂ, ਕੁਸੰਗੀ ਪ੍ਰਵਿਰਤੀਆਂ ਤੋਂ, ਪਸ਼ੂ ਪ੍ਰਵਿਰਤੀਆਂ ਤੋਂ ਉਹ ਬਚਾ ਕੇ ਰੱਖਦੇ ਨੇ। ਸਤਿਗੁਰੂ ਕਿਰਪਾ ਕਰਨ। ਗੁਰਬਾਣੀ ਤੋਂ ਸਿੱਖਦੇ ਰਹੀਏ, ਮੰਨਣ ਦੀ ਭਾਵਨਾ ਅੰਦਰ ਬਣੀ ਰਵੇ। ਗੁਰੂ ਵਰਸਾਇਆ ਹੋਇਆ ਜੀਵਨ ਸਭ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ